ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਤਿਕ ਕਰਮ ਕਮਾਵਣੇ, ਦੋਸ ਨ ਕਾਹੂੰ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਕਤਿਕ ਕਰਮ ਕਮਾਵਣੇ, ਦੋਸ ਨ ਕਾਹੂੰ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਵਿਮੁਖ ਹੋਏ RAM ਤੇ, ਲਗਨ ਜਨਮ ਵਿਜੋਗ। ਖਿਨ ਮਹਿ ਕੋੜੇ ਹੋਏ ਗਏ, ਜਿਤੜੇ ਮਾਇਆ ਭੋਗ। ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਮੈ ਰੋਜ। ਕੀਤਾ ਕਿਛੂ ਨ ਹੋਵਈ, ਲਿਖਿਆ ਧੁਰ ਸੰਜੋਗ। ਵਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਵਿਯੋਗ। ਨਾਨਕ ਕੋ ਪ੍ਰਭ ਰਾਖ ਲੇਹ, ਮੇਰੇ ਸਾਹਿਬ ਬੰਦੀ ਮੋਚ। ਕਤਿਕ ਹੋਵੈ ਸਾਧ ਸੰਗ, ਵਿਣਸੈ ਸਭੇ ਸੋਚ। ਨਾਨਕ ਕੋ ਪ੍ਰਭ ਰਾਖ ਲੇਹ, ਮੇਰੇ ਸਾਹਿਬ ਬੰਦੀ ਮੋਚ। ਕਤਿਕ ਹੋਵੈ ਸਾਧ ਸੰਗ, ਵਿਣਸੈ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਨੇ ਕਿਰਪਾ ਕੀਤੀ ਹੈ। ਕੱਤਕ ਮਹੀਨੇ ਦੇ ਰਾਹੀਂ ਸਤਿਗੁਰ ਨੇ ਸਾਨੂੰ ਸਾਰਿਆਂ ਨੂੰ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਅਸੀਂ ਸੰਸਾਰ ਦੇ ਵਿੱਚ ਆ ਕੇ ਪਰਮੇਸ਼ਰ ਨਾਲੋਂ ਵਿਛੜ ਗਏ, ਜਿਸ ਨੂੰ ਸਤਿਗੁਰ ਜੀ ਬਾਣੀ 'ਚ ਆਖਦੇ ਨੇ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ RAM। ਪਿਆਰ ਵਾਲਿਓ, ਅਸੀਂ ਆਪਣੇ ਕੀਤੇ ਹੋਏ ਕਰਮਾਂ ਕਰਕੇ ਮਾਲਕ ਪ੍ਰਭੂ ਨਾਲੋਂ ਵਿਛੜ ਜਾਂਦੇ ਹਾਂ। ਇਹ ਜਿਹੜਾ ਵਿਛੋੜਾ ਹੈ, ਇਹ ਮਨੁੱਖੀ ਜ਼ਿੰਦਗੀ ਦੇ ਅੰਦਰ ਦੁੱਖ ਪੈਦਾ ਕਰਦਾ ਹੈ। ਇਸ ਕਰਕੇ ਸਾਹਿਬਾਂ ਦੀ ਅੰਮ੍ਰਿਤ ਬਾਣੀ ਨੇ ਸਿੱਖ ਨੂੰ ਇਹ ਗੱਲ ਸਮਝਾਈ ਕਿ ਤੇਰਾ ਦੁੱਖ ਉਦੋਂ ਦੂਰ ਹੋਵੇਗਾ ਜਦੋਂ ਤੂੰ ਪਰਮੇਸ਼ਰ ਦੇ ਨਾਲ ਮਿਲ ਜਾਏਗਾ, ਆਪਣੇ ਅਸਲੇ ਨਾਲ ਮਿਲ ਜਾਏਗਾ। ਉਸ ਅਸਲੇ ਨਾਲ ਮਿਲਣ ਲਈ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ। ਸਾਧ ਸੰਗਤ, ਸਾਨੂੰ ਗੁਰੂ ਮਹਾਰਾਜ ਨੇ ਬਾਣੀ ਦੇ ਰਾਹੀਂ ਪਰਮੇਸ਼ਰ ਨਾਲ ਮਿਲਣ ਦਾ ਤਰੀਕਾ ਜੁਗਤ ਸਮਝਾਈ ਕਿ ਸਿੱਖ ਇਸ ਜੁਗਤ ਦੇ ਰਾਹੀਂ
ਇਸ ਤਰੀਕੇ ਦੇ ਰਾਹੀਂ ਮਾਲਕ ਦੇ ਨੇੜੇ ਹੋ ਸਕਦਾ ਹੈ, ਪ੍ਰਭੂ ਦਾ ਮਿਲਾਪ ਹਾਸਲ ਕਰ ਸਕਦਾ ਹੈ, ਤੇ ਜਨਮ ਜਨਮਾਂਤਰਾਂ ਦੇ ਜਿਹੜੇ ਇਸ ਦੇ ਵਿਛੋੜੇ ਨੇ ਉਹ ਦੂਰ ਹੋ ਜਾਣ ਤਾਂ ਸਾਰੇ ਦੁੱਖ ਵੀ ਜੀਵਨ ਚੋਂ ਪਾਸੇ ਹੋ ਜਾਣਗੇ। ਪਰ ਸਤਿਗੁਰ ਆਖਦੇ ਨੇ, ਜਿਸ ਤਰ੍ਹਾਂ ਮੌਸਮ ਦੇ ਵਿੱਚ ਉਤਰਾਓ ਚੜਾਓ ਆਉਂਦਾ ਹੈ, ਇਸ ਤਰ੍ਹਾਂ ਹੀ ਮਨੁੱਖੀ ਜੀਵਨ ਦੇ ਵਿੱਚ ਵੀ ਉਤਰਾਓ ਚੜਾਓ ਆਉਂਦੇ ਹਨ। ਤੇ ਸਤਿਗੁਰੂ ਜੀ ਅੱਜ ਦੇ ਪਾਵਨ ਵਚਨਾਂ ਰਾਹੀਂ, ਕੱਤਕ ਮਹੀਨੇ ਰਾਹੀਂ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਖਰੇ ਨੇ, ਕੱਤਕ ਕਰਮ ਕਮਾਵਣੇ, ਦੋਸ ਨ ਕਾਹੂ ਜੋਗ। ਕਿਉਂਕਿ ਕੱਤਕ ਦੀ ਜੋ ਰੁੱਤ ਹੈ ਉਹ ਸੁਹਾਵਣੀ ਹੁੰਦੀ ਹੈ। ਸਤਿਗੁਰ ਆਖਣ ਲੱਗੇ, ਕੱਤਕ ਦੀ ਸੁਹਾਵਣੀ ਰੁੱਤ ਵਿੱਚ ਵੀ ਜੇ ਪ੍ਰਭੂ ਨਾਲੋਂ ਵਿਛੋੜਾ ਰਿਹਾ ਤਾਂ ਇਹ ਆਪਣੇ ਕੀਤੇ ਕਰਮਾਂ ਦਾ ਸਿੱਟਾ ਹੈ। ਹੇ ਜੀਵ ਆਤਮਾ, ਤੇਰੇ ਆਪਣੇ ਹੀ ਕਰਮ ਨੇ ਜੇ ਸੁਹਾਵਣੀ ਰੁੱਤ ਵਿੱਚ ਵੀ ਪਰਮੇਸ਼ਰ ਦੇ ਨਾਲ ਤੇਰਾ ਮਿਲਾਪ ਨਹੀਂ ਹੋਇਆ। ਤੇ ਸਤਿਗੁਰ ਗਰੀਬ ਨਿਵਾਜ ਪਾਤਸ਼ਾਹ ਆਖਣ ਲੱਗੇ, ਕਹਿੰਦੇ ਦੋਸ ਨਾ ਕਾਹੂ ਜੋਗ। ਕਿਉਂਕਿ ਕੱਤਕ ਦੇ ਮਹੀਨੇ ਰਾਹੀਂ ਇਹ ਉਪਦੇਸ਼ ਕਰ ਰਹੇ ਹਨ ਸਤਿਗੁਰੂ। ਕਿਉਂਕਿ ਕੱਤਕ ਦੀ ਠੰਡੀ ਬਹਾਰ ਵਿੱਚ, ਠੰਡੀ ਰੁੱਤ ਵਿੱਚ ਜੇ ਐਸੇ ਚੰਗੇ ਮੌਸਮ ਦੇ ਵਿੱਚ ਵੀ ਰੱਬ ਦੇ ਨਾਲ ਤੇਰਾ ਮਿਲਾਪ ਨਹੀਂ ਹੋਇਆ, ਪਰਮੇਸ਼ਰ ਨਾਲੋਂ ਵਿਛੋੜਾ ਪਿਆ ਰਿਹਾ, ਤਾਂ ਇਹ ਗੱਲ ਪੱਕੀ ਕਰ ਲਈ, ਹੈ ਜੀਵ ਆਤਮੇ ਕੀ ਇਹ ਤੇਰੇ ਆਪਣੇ ਕੀਤੇ ਹੋਏ ਕਰਮ ਹੀ ਨੇ। ਤੇ ਇਹ ਕੀਤੇ ਹੋਏ ਕਰਮਾਂ ਦਾ ਜੋ ਦੋਸ਼ ਹੈ ਉਹ ਕਿਸੇ ਹੋਰ ਦੇ ਮੱਥੇ ਤੇ ਨਹੀਂ ਮੰਡਿਆ ਜਾ ਸਕਦਾ। ਕਿਉਂਕਿ ਕਿਸੇ ਹੋਰ ਦੇ ਮੱਥੇ ਤੇ ਕੋਈ ਦੋਸ਼ ਨਹੀਂ ਲਾਇਆ ਜਾ ਸਕਦਾ, ਇਹ ਫਲਾਣੇ ਦਾ ਦੋਸ਼ ਹੈ, ਇਸ ਕਰਕੇ ਮੈਂ ਪਰਮੇਸ਼ਰ ਨਾਲੋਂ ਵਿਛੜਿਆ ਰਿਹਾ, ਵਾਹਿਗੁਰੂ ਜੀ ਦੇ ਨਾਲ ਮੇਰਾ ਮਿਲਾਪ ਨਾ ਹੋ ਸਕਿਆ। ਇਸ ਕਰਕੇ ਸਾਹਿਬ ਜੀ ਸਾਨੂੰ ਸਮਝਾਉਣਾ ਚਾਹੁੰਦੇ ਨੇ ਕਿ ਇਹ ਗੱਲ ਪੱਕੀ ਕਰ ਲਈ, ਹੈ ਜੀਵ ਆਤਮਾ, ਵੀ ਇਹ ਵਿਛੋੜੇ ਦਾ ਜੋ ਕਾਰਨ ਹੈ, ਔਰ ਜੇ ਇਸ ਸੁਹਾਵਣੀ ਰੁੱਤ ਵਿੱਚ ਵੀ ਮਿਲਾਪ ਨਹੀਂ ਹੋਇਆ ਤੇ ਇਸ ਦਾ ਸਿੱਟਾ ਕੀ ਹੈ, ਮੇਰੇ ਕੀਤੇ ਹੋਏ ਕਰਮਾਂ ਕਰਕੇ ਹੀ ਮੈਂ ਵਿਛੜੀ ਹੋਈ ਹਾਂ। ਤੇ ਇਹ ਦੋਸ਼ ਕਿਸੇ ਹੋਰ ਦੇ ਮੱਥੇ ਤੇ ਨਹੀਂ ਲਾਇਆ ਜਾ ਸਕਦਾ। ਤਾਂ ਹੀ ਸਤਿਗੁਰੂ ਬਾਣੀ ਵਿੱਚ ਸਾਨੂੰ ਸਮਝਾਉਂਦੇ ਨੇ ਬਾਰ-ਬਾਰ, ਦੱਦੈ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਜੋ ਅਸੀਂ ਕਰਮ ਕਰ ਰਹੇ ਹਾਂ ਨਾ, ਅਸੀਂ ਕੀਤੇ ਹੋਏ ਕਰਮਾਂ ਦਾ ਫਲ ਵੀ ਆਪ ਹੀ ਭੋਗਣਾ। ਇਸ ਕਰਕੇ ਸਤਿਗੁਰੂ ਕਹਿੰਦੇ, ਦੱਦੈ ਦੋਸ਼ ਨਾ ਦੇਊ ਕਿਸੈ, ਕਿਸੇ ਹੋਰ ਨੂੰ ਦੋਸ਼ ਨਾ ਦੇਈ। ਦੋਸ਼ ਕਰਮ ਮੈਂ ਆਪਣਿਆਂ, ਤੇਰੇ ਆਪਣੇ ਕੀਤੇ ਹੋਏ ਕਰਮਾਂ ਦਾ ਦੋਸ਼ ਹੈ। ਜੋ ਮੈਂ ਕੀਆ, ਜੋ ਅਸੀਂ ਕਰ ਰਹੇ ਹਾਂ, ਸੋ ਮੈਂ ਪਾਇਆ, ਉਹੀ ਅਸੀਂ ਪ੍ਰਾਪਤ ਕਰਾਂਗੇ। ਮੈਂ ਉਹੀ ਪ੍ਰਾਪਤ ਕੀਤਾ ਜੋ ਮੈਂ ਕਰਮ ਕੀਤੇ ਨੇ। ਇਸ ਕਰਕੇ ਸਤਿਗੁਰ ਆਖਦੇ ਨੇ, ਦੋਸ਼ ਨਾ ਦੀਜੈ ਅਵਰ ਜਨਾ, ਹੋਰਾਂ ਨੂੰ ਦੋਸ਼ ਨਾ ਦੇ। ਭਗਤ ਕਬੀਰ ਸਾਹਿਬ ਜੀ ਨੇ ਬੜੀ ਪਿਆਰੀ ਬਾਤ ਸਾਨੂੰ ਸਾਰਿਆਂ ਨੂੰ ਸਮਝਾਈ। ਆਖਣ ਲੱਗੇ, ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗੁਣ ਕਰੈ। ਸਾਨੂੰ ਪਤਾ ਚੱਲ ਗਿਆ ਬਾਣੀ ਪੜ੍ਹ ਕੇ ਕਿ ਇਹ ਦੁੱਖ ਦਾ ਕਾਰਨ ਵਿਛੋੜਾ ਹੈ ਪਰਮੇਸ਼ਰ ਨਾਲੋਂ। ਸਾਡੇ ਮਨ ਨੂੰ ਇਸ ਗੱਲ ਦੀ ਜਾਣਕਾਰੀ ਹੋ ਗਈ। ਇਹ ਬਾਤ ਸਾਡਾ ਮਨ ਜਾਣਦਾ ਹੈ, ਪਰ ਜਾਣ ਬੁੱਝ ਕੇ ਗਲਤੀਆਂ ਕਰਦਾ ਹੈ, ਵਿਕਾਰ ਕਰਦਾ ਹੈ, ਸੰਸਾਰ ਦੇ ਨਾਂ ਪਦਾਰਥਾਂ ਦੇ ਮੋਹ ਵਿੱਚ, ਇਹਨਾਂ ਚਸਕਿਆਂ ਦੇ ਵਿੱਚ ਫਸਦਾ ਹੈ। ਕਬੀਰ ਸਾਹਿਬ ਕਹਿੰਦੇ, ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗੁਣ ਕਰੈ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ। ਮਨੁੱਖ ਦੇ ਹੱਥ ਤੇ ਦੀਵਾ ਹੈ ਤੇ ਖੂਹ 'ਚ ਡਿੱਗ ਰਿਹਾ। ਭਾਵ ਕਿ ਜਾਣਕਾਰੀ ਹੋਣ ਤੋਂ ਬਾਅਦ ਵੀ ਮਨੁੱਖ ਉਹ ਕਰਮ ਕਰ ਰਿਹਾ ਹੈ ਜਿਹੜੇ ਕਰਮ ਕਰਕੇ ਬਾਰ-ਬਾਰ ਦੁੱਖ ਭੋਗ ਰਿਹਾ ਹੈ। ਭਾਵ ਕਿ ਜਿਨ੍ਹਾਂ ਕਰਮਾਂ ਤੋਂ ਬਾਰ-ਬਾਰ ਦੁੱਖ ਮਿਲ ਰਿਹਾ, ਅਸੀਂ ਫਿਰ ਉਹੀ ਕਰਮ ਕਰੀ ਜਾ ਰਹੇ ਹਾਂ। ਪਤਾ ਨਹੀਂ ਕਿਤਨੇ ਵਾਰੀ ਉਹੀ ਕਰਮ ਕਰਕੇ ਅਸੀਂ ਦੁਖੀ ਹੋਏ, ਮੁੜ ਫਿਰ ਉਹੀ ਕਰਮ ਕਰੀ ਜਾਂਦੇ ਹਾਂ। ਸਤਿਗੁਰੂ ਕਹਿੰਦੇ, ਇਸ ਕਰਕੇ ਇਹ ਜੀਵਨ 'ਚ ਖਿਆਲ ਰੱਖੇ, ਜੋ ਤੂੰ ਕਰਮ ਕਰ ਰਿਹਾ ਹੈ, ਉਹਨਾਂ ਕੀਤੇ ਹੋਏ ਕਰਮਾਂ ਦਾ ਫਲ ਤੈਨੂੰ ਮਿਲ ਰਿਹਾ ਹੈ, ਤੇ ਉਹ ਕੋਈ ਦੋਸ਼ ਉਹਨਾਂ
ਦੁਖੀ ਅਵਸਥਾ ਦੇ ਵਿੱਚ ਕਿਸੇ ਹੋਰ ਦੇ ਉੱਤੇ ਦੋਸ਼ ਨਹੀਂ ਲਾਇਆ ਜਾ ਸਕਦਾ, ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਵੀ ਤੁਹਾਡੇ ਕਰਕੇ ਮੈਂ ਦੁਖੀ ਹਾਂ। ਜੋ ਕਿ ਅਸੀਂ ਅਕਸਰ ਕਹਿੰਦੇ ਹਾਂ ਕਿ ਪਰਿਵਾਰ ਕਰਕੇ ਦੁਖੀ ਹਾਂ, ਮਿੱਤਰਾਂ ਕਰਕੇ ਦੁਖੀ ਹਾਂ, ਰਿਸ਼ਤੇਦਾਰਾਂ ਕਰਕੇ ਦੁਖੀ ਹਾਂ। ਪਰ ਸਾਧੂ ਕਹਿੰਦੇ ਨਹੀਂ, ਦੁੱਖ ਤੇਰੇ ਆਪਣੇ ਕਰਮਾਂ ਦੇ ਨੇ। ਅਗਲੇ ਵਚਨ ਕੀਤੇ ਮਹਾਰਾਜ ਨੇ, ਆਖਣ ਲੱਗੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਪਰਮੇਸ਼ਰ ਦੀ ਯਾਦ ਤੋਂ ਖੁੰਝਿਆ ਦੁਨੀਆ ਦੇ ਸਾਰੇ ਰੋਗ ਬੰਦੇ ਉੱਤੇ ਜ਼ੋਰ ਪਾ ਲੈਂਦੇ ਹਨ। ਰੋਗ ਦਾ ਅਰਥ ਹੈ ਇੱਥੇ ਦੁੱਖ, ਕਲੇਸ਼, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਔਰ ਇਹਨਾਂ ਤੋਂ ਫਿਰ ਦੁੱਖ ਤੇ ਕਲੇਸ਼ ਦਾ ਜਨਮ ਹੁੰਦਾ। ਇਹ ਸਾਰੇ ਮਨੁੱਖ ਦੇ ਉੱਤੇ ਆਪਣਾ ਜ਼ੋਰ ਪਾ ਲੈਂਦੇ ਹਨ। ਆਓ ਕਿ ਪਰਮੇਸ਼ਰ ਦੀ ਯਾਦ ਤੋਂ ਖੁੰਝਿਆ, ਪਰਮੇਸ਼ਰ ਨੂੰ ਭੁਲਾਇਆ, ਇਹ ਸਾਰੀਆਂ ਚੀਜ਼ਾਂ ਮਨੁੱਖ ਦੇ ਉੱਤੇ ਹਾਵੀ ਹੋ ਜਾਂਦੀਆਂ ਨੇ। ਕਿਉਂਕਿ ਸਤਿਗੁਰ ਬਾਣੀ 'ਚ ਆਖਦੇ ਨੇ, ਕਹਿੰਦੇ ਚੰਗਿਆਈਆਂ ਆਲਸ ਕਰੇ, ਬੁਰਿਆਈਆਂ ਹੋਏ ਸ਼ੇਰ। ਚੰਗਿਆਈਆਂ ਆਲਕ ਕਰੇ, ਬੁਰਿਆਈਆਂ ਹੋਏ ਸ਼ੇਰ। ਜਦੋਂ ਅਸੀਂ ਚੰਗਿਆਈਆਂ ਤੋਂ ਆਲਸ ਕਰਦੇ ਹਾਂ ਤੇ ਜਿਹੜੀ ਬੁਰਿਆਈਆਂ ਨੇ ਉਹ ਸਾਡੇ ਉੱਤੇ ਹਾਵੀ ਹੋ ਜਾਂਦੀਆਂ ਹਨ। ਇਸ ਕਰਕੇ ਪਿਆਰ ਵਾਲਿਓ, ਜੀਵਨ ਵਿੱਚ ਚੰਗੇ ਕਰਮ ਕਰਨ ਲੱਗਿਆਂ ਕਦੀ ਆਲਸ ਨਹੀਂ ਕਰਨਾ। ਔਰ ਜੇ ਆਲਸ ਸ਼ੁਰੂ ਕਰ ਦਿੱਤਾ ਤੇ ਬੁਰਾਈਆਂ ਸਾਡੇ ਜੀਵਨ ਵਿੱਚ ਘਰ ਘਰ ਜਾਣਗੀਆਂ, ਸਾਡੇ ਉੱਤੇ ਹਾਵੀ ਹੋ ਜਾਣਗੀਆਂ, ਅਸੀਂ ਬੁਰਾਈਆਂ ਥੱਲੇ ਦਬ ਜਾਵਾਂਗੇ। ਇਸ ਕਰਕੇ ਪਰਮੇਸ਼ਰ ਦੀ ਯਾਦ ਨੂੰ ਕਾਇਮ ਕਰੀਏ ਤੇ ਉਸ ਵਾਸਤੇ ਉਦਮ ਚਾਹੀਦਾ ਹੈ, ਆਲਸ ਤਿਆਗਣਾ ਪੈਣਾ। ਅੱਗੇ ਸਤਿਗੁਰੂ ਜੀ ਸਾਨੂੰ ਸਮਝਾਉਣ ਲੱਗੇ, ਆਖਣ ਲੱਗੇ ਵੇਮੁਖ ਹੋਏ RAM ਤੇ ਲਗਨ ਜਨਮ ਵਿਜੋਗ। ਜਿਨ੍ਹਾਂ ਨੇ ਇਸ ਜਨਮ ਵਿੱਚ ਪਰਮਾਤਮਾ ਦੀ ਯਾਦ ਵੱਲੋਂ ਮੂੰਹ ਮੋੜੀ ਰੱਖਿਆ, ਵੇਮੁਖ ਹੋਏ RAM ਤੇ। ਆਓ ਕਿ ਇਸ ਪੂਰੀ ਜ਼ਿੰਦਗੀ ਮਨੁੱਖਾ ਜਨਮ ਦੇ ਵਿੱਚ ਪਰਮਾਤਮਾ ਦੀ ਯਾਦ ਵੱਲੋਂ ਮੂੰਹ ਮੋੜੀ ਰੱਖਿਆ, ਰੱਬ ਨੂੰ ਕਦੀ ਯਾਦ ਹੀ ਨਹੀਂ ਕੀਤਾ, ਰੱਬ ਤੋਂ ਬੇਮੁਖ ਹੀ ਰਹੇ। ਕੀ ਹੋਇਆ? ਸਿੱਧੂ ਕਹਿੰਦੇ ਲਗਨ ਜਨਮ ਵਿਜੋਗ। ਉਹਨਾਂ ਨੂੰ ਫਿਰ ਲੰਬੇ ਵਿਛੋੜੇ ਪੈ ਜਾਂਦੇ ਹਨ ਜੇ ਇਸ ਮਨੁੱਖਾ ਜਨਮ ਦੇ ਵਿੱਚ ਉਸ ਮਾਲਕ ਨੂੰ, ਪ੍ਰਭੂ ਨੂੰ ਯਾਦ ਨਾ ਕਰੀਏ, ਉਹਦੀ ਯਾਦ ਤੋਂ ਖੁੰਝੇ ਰਹੀਏ। ਫਿਰ ਪਤਾ ਨਹੀਂ ਕਦੋਂ ਮਨੁੱਖਾ ਜਨਮ ਮਿਲੇਗਾ ਔਰ ਮੁੜ ਕੇ ਕਦੋਂ ਮਿਲਾਪ ਹੋਵੇਗਾ। ਇਹ ਕਦ ਨਾਨਕ ਆਵੇ ਵਾਰੀ ਵਾਲੀ ਗੱਲ ਹੈ, ਪਤਾ ਨਹੀਂ ਫਿਰ ਕਦੋਂ ਵਾਰੀ ਆਉਣੀ ਹੈ। ਕਿਉਂਕਿ ਇਸ ਪੌੜੀ ਤੇ ਜੋ ਨਰ ਚੁੱਕੈ, ਆਏ ਜਾਏ ਦੁੱਖ ਪਾਇੰਦਾ। ਇਸ ਕਰਕੇ ਸਾਹਿਬ ਜੀ ਸਾਨੂੰ ਸਮਝਾ ਰਹੇ ਹਨ ਕਿ ਅਸੀਂ ਇਸ ਮਨੁੱਖਾ ਜੀਵਨ ਵਿੱਚ ਪਰਮੇਸ਼ਰ ਨੂੰ ਚੇਤੇ ਕਰਨਾ, ਵਾਹਿਗੁਰੂ ਨੂੰ ਯਾਦ ਕਰਨਾ। ਉਹਦੀ ਯਾਦ ਵੱਲੋਂ ਜੇ ਮੂੰਹ ਮੋੜੀ ਰੱਖਿਆ ਤੇ ਇਹ ਲੰਬੇ ਵਿਛੋੜੇ ਪੈ ਜਾਣੇ ਨੇ। ਬੇਮੁਖ ਹੋਏ RAM ਤੇ ਲਗਨ ਜਨਮ ਵਿਜੋਗ। ਤੇ ਸਤਿਗੁਰ ਆਖ ਰਹੇ ਨੇ, ਖਿਨ ਮੈਂ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ। ਖਿਣ ਦਾ ਅਰਥ ਹੁੰਦਾ ਹੈ ਪਲ ਭਰ ਵਿੱਚ। ਆਖਣ ਲੱਗੇ ਜਿਤੜੇ ਮਾਇਆ ਭੋਗ, ਜਿਹੜੀਆਂ ਮਾਇਆ ਦੀਆਂ ਮੌਜਾਂ ਦੀ ਖਾਤਰ ਪ੍ਰਭੂ ਨੂੰ ਭੁਲਾ ਦਿੱਤਾ ਸੀ। ਅਸੀਂ ਮਾਇਆ ਕਰਕੇ ਰੱਬ ਨੂੰ ਭੁਲਾਉਂਦੇ ਹਾਂ। ਰੱਬ ਭੁੱਲਣ ਦਾ ਪਿਆਰੇ ਹੋਰ ਕੋਈ ਕਾਰਨ ਨਹੀਂ, ਕੇਵਲ ਇਤਨਾ ਹੀ ਕਾਰਨ ਹੈ ਕਿ ਦੁਨੀਆ ਦੀ ਮੌਜਾਂ ਦੀ ਖਾਤਰ ਪ੍ਰਭੂ ਨੂੰ ਭੁਲਾ ਦਿੱਤਾ ਸੀ। ਤੇ ਸਾਧੂ ਕਹਿੰਦੇ ਨੇ ਜਿਨ੍ਹਾਂ ਕਰਕੇ ਤੂੰ ਰੱਬ ਨੂੰ ਭੁਲਾਇਆ ਨਾ, ਉਹ ਮਾਇਆ ਦੀਆਂ ਜਿਹੜੀਆਂ ਮੌਜਾਂ ਨੇ ਨਾ, ਉਹ ਵੀ ਇੱਕ ਪਲ ਵਿੱਚ ਦੁਖਦਾਈ ਹੋ ਜਾਂਦੀਆਂ ਹਨ। ਖਿਨ ਮੈਂ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ। ਮਾਇਆ ਦੇ ਭੋਗ ਜਿਹੜੇ ਤੂੰ ਭੋਗ ਰਿਹਾ ਸੀ, ਮੌਜਾਂ ਮਾਣ ਰਿਹਾ ਸੀ ਨਾ, ਜਿਨ੍ਹਾਂ ਕਰਕੇ ਰੱਬ ਨੂੰ ਭੁਲਾ ਦਿੱਤਾ, ਇੱਕ ਖਿਨ ਦੇ ਅੰਦਰ ਉਹ ਦੁਖਦਾਈ ਹੋ ਜਾਂਦੇ ਹਨ, ਦੁਖਦਾਈ ਪ੍ਰਤੀਤ ਹੁੰਦੇ ਹਨ। ਫਿਰ ਸਤਿਗੁਰੂ ਜੀ ਆਖਰ ਨੇ, ਵਿੱਚ ਨਾ ਕੋਈ ਕਰ ਸਕੈ ਕਿਸਥੈ ਰੋਵੈ ਰੋਜ਼। ਉਸ ਦੁਖੀ ਹਾਲਤ ਵਿੱਚ ਕਿਸੇ ਪਾਸ ਵੀ ਨਿਤ ਰੋਣ ਦਾ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਰੱਬ ਤੋਂ ਵਿਛੜ ਕੇ ਅਸੀਂ ਦੁਖੀ ਹੁੰਦੇ ਹਾਂ। ਉਸ ਦੁਖੀ ਹਾਲਤ ਵਿੱਚ ਕਿਸੇ ਪਾਸ ਬੰਦਾ ਜਾ ਕੇ ਰੋਣੇ ਸ਼ੁਰੂ ਕਰ ਦੇਵੇ, ਮੈਨੂੰ ਇਹ ਦੁੱਖ ਹੈ, ਮੈਨੂੰ ਇਹ ਦੁੱਖ ਹੈ, ਸਾਧੂ ਕਹਿੰਦੇ ਉਸਦਾ ਕੋਈ ਲਾਭ ਨਹੀਂ। ਕਿਉਂ? ਦੁੱਖ ਤਾਂ ਵਿਛੋੜੇ ਦਾ ਕਾਰਨ ਕਰਕੇ ਹੈ। ਅਸੀਂ ਜੇ ਦੁਖੀ ਹਾਂ ਤਾਂ ਵਿਛੋੜੇ ਦਾ ਕਾਰਨ ਹੈ। ਵਿਛੋੜੇ ਨੂੰ ਦੂਰ ਕਰਨ ਲਈ ਕੋਈ ਵਿਚੋਲਾਪਨ ਨਹੀਂ ਕਰ ਸਕਦਾ, ਭਾਵ ਕਿ ਵਿੱਚ ਨਾ ਕੋਈ ਕਰ ਸਕੇ। ਕੋਈ ਬੰਦਾ ਸਾਡਾ ਪਰਮਾਤਮਾ ਨਾਲੋਂ ਵਿਛੋੜਾ ਦੂਰ ਨਹੀਂ ਕਰ ਸਕਦਾ।
ਔਰ ਵਿੱਚ ਨਾ ਕੋਈ ਕਰ ਸਕੇ। ਉਹਨਾਂ ਦੁੱਖਾਂ ਦੇ ਵਿੱਚ ਸਾਡੇ ਵਾਸਤੇ ਕੁਛ ਨਹੀਂ ਕਰ ਸਕਦਾ। ਭਾਵ ਕਿ ਦੁਖੀ ਹਾਲਤ ਵਿੱਚ ਕਿਸੇ ਪਾਤਸ਼ਾਹ ਵੀ ਜਾ ਕੇ ਰੋਣ ਦੀ ਜਾਂ ਕਿਸੇ ਨੂੰ ਦੱਸਣ ਦਾ ਕੋਈ ਸਤਿਗੁਰ ਕਹਿੰਦੇ ਲਾਭ ਨਹੀਂ ਹੈ। ਕਿਉਂਕਿ ਹੁਣ ਕੋਈ ਉਸ ਦੇ ਵਿੱਚ ਕੁਝ ਕਰ ਨਹੀਂ ਸਕਦਾ, ਕਿਉਂਕਿ ਦੁੱਖ ਤੈਨੂੰ ਤਾਂ ਮਿਲਿਆ ਇਹ ਹੈ ਵਿਛੋੜੇ ਦੇ ਕਾਰਨ। ਰੱਬ ਨਾਲੋਂ ਤੂੰ ਵਿਛੜਦਾ ਚਲਾ ਗਿਆ, ਮਾੜੇ ਕੰਮ ਕਰਦਾ ਗਿਆ, ਉਹ ਤੇਰੇ ਧੁਰ ਕਰਮ ਬਣਦੇ ਰਹੇ। ਇਸ ਕਰਕੇ ਉਹ ਜਦੋਂ ਇਕੱਠੇ ਹੋ ਕੇ ਸਾਹਮਣੇ ਆਏ, ਫਿਰ ਤੈਨੂੰ ਦੁੱਖ ਦੀ ਪ੍ਰਾਪਤੀ ਹੋਈ। ਤੂੰ ਕਹਿਣ ਲੱਗਾ ਵੀ ਮੈਂ ਤਾਂ ਬੜਾ ਦੁਖੀ ਹਾਂ, ਸਾਰਿਆਂ ਨੂੰ ਦੱਸਦਾ, ਰਿਸ਼ਤੇਦਾਰਾਂ ਨੂੰ, ਦੋਸਤ ਮਿੱਤਰਾਂ ਨੂੰ। ਤੇ ਮਰ ਕਹਿੰਦੇ ਉਸ ਦਾ ਹੁਣ ਦੱਸਣ ਦਾ ਕੋਈ ਲਾਭ ਨਹੀਂ, ਕਿਉਂਕਿ ਸਮਾਂ ਉਹ ਲੰਘ ਗਿਆ। ਜਦੋਂ ਸਮਾਂ ਸੰਭਾਲਣਾ ਸੀ ਉਦੋਂ ਸੰਭਾਲਿਆ ਨਹੀਂ। ਔਰ ਸਾਡੇ ਬਹੁਤਿਆਂ ਦੇ ਨਾਲ ਇੱਦਾਂ ਹੀ ਹੁੰਦਾ ਹੈ ਕਿ ਅਸੀਂ ਜ਼ਿੰਦਗੀ ਦੇ ਵਿੱਚ ਜਦੋਂ ਸਾਨੂੰ ਅਵਸਰ ਮਿਲਦਾ, ਮੌਕਾ ਮਿਲਦਾ, ਜਿਵੇਂ ਬੱਚਿਆਂ ਨੂੰ ਪੜ੍ਹਾਈ ਕਰਨ ਦਾ ਜਦੋਂ ਮੌਕਾ ਮਿਲਦਾ ਉਦੋਂ ਪੜ੍ਹਾਈ ਨਾ ਕਰਨ। ਫਿਰ ਜਦੋਂ ਉਹ ਅੱਗੇ ਜਾ ਕੇ ਕੁਝ ਹਾਸਲ ਨਹੀਂ ਕਰ ਪਾਉਂਦੇ, ਕੋਈ ਚੰਗੀ ਡਿਗਰੀ ਪ੍ਰਾਪਤ ਨਾ ਹੋਵੇ, ਫਿਰ ਚੰਗੀ ਨੌਕਰੀਆਂ ਨਹੀਂ ਮਿਲਦੀਆਂ, ਬਾਅਦ 'ਚ ਉਹ ਰੋਂਦੇ ਹੈ ਕਿ ਕਾਸ਼ ਅਸੀਂ ਉਸ ਵੇਲੇ ਪੜ੍ਹ ਲੈਂਦੇ, ਪਰ ਹੁਣ ਤਾਂ ਮੌਕਾ ਖੁੰਝ ਗਿਆ। ਹੁਣ ਭਾਵੇਂ ਸਾਰੇ ਜਗਤ ਨੂੰ ਦੱਸ, ਹਰ ਇੱਕ ਪ੍ਰਾਣੀ ਨੂੰ ਦੱਸ ਕਿ ਕਿਤੇ ਕਾਸ਼ ਉਸ ਵੇਲੇ ਅਸੀਂ ਵੀ ਮਿਹਨਤ ਕਰ ਲੈਂਦੇ। ਹੁਣ ਉਸ ਦੁੱਖ ਦੇ ਰੋਣ ਦਾ ਹੁਣ ਕੋਈ ਲਾਭ ਨਹੀਂ ਹੈ। ਉਹ ਗੱਲ ਦੱਸਣ ਦਾ ਵੀ ਮੈਂ ਇਸ ਕਰਕੇ ਦੁਖੀ ਹਾਂ ਕਿਉਂਕਿ ਮੇਰੇ ਕੰਮ ਨਹੀਂ ਚੱਲਦੇ, ਮੇਰੇ ਕੋਲ ਨੌਕਰੀ ਨਹੀਂ ਹੈ। ਪਰ ਉਹ ਸਮਾਂ ਮਿਲਿਆ ਸੀ, ਅਵਸਰ ਆਇਆ ਸੀ, ਜ਼ਿੰਦਗੀ ਵਿੱਚ ਖੁੰਝਾ ਦਿੱਤਾ। ਇਸ ਕਰਕੇ ਸਤਿਗੁਰ ਆਖਦੇ ਨੇ ਹੁਣ ਕੋਈ ਵੀ ਕਹਿੰਦੇ ਵਿਚੋਲਾਪਨ ਨਹੀਂ ਕਰ ਸਕਦਾ। ਫਿਰ ਆਖਰ ਨੇ ਕੀਤਾ ਕਿਛੂ ਨਾ ਹੋਵੇ, ਲਿਖਿਆ ਤੁਰ ਸੰਜੋਗ। ਪਿਆਰ ਵਾਲਿਓ, ਦੁਖੀ ਜੀਵ ਦੀ ਆਪਣੇ ਹੁਣ ਕੋਈ ਪੇਸ ਨਹੀਂ ਜਾਂਦੀ। ਕੀਤਾ ਕਿਛੂ ਨਾ ਹੋਵੇ, ਹੁਣ ਉਪਾਅ ਕਰੀਏ। ਮੰਨ ਲਓ ਕਿ ਕੋਈ ਮਨੁੱਖ ਹੈ, ਉਹ ਮਨੁੱਖ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਮਾਇਆ ਦੇ ਵਿੱਚ ਗਲਤਾਨ ਹੈ। ਔਰ ਮਾਇਆ ਦੇ ਵਿੱਚ ਗਲਤਾਨ ਹੋ ਕੇ ਸੰਸਾਰ ਦੇ ਵਿੱਚ ਫਸਿਆ ਹੋਇਆ। ਤੇ ਇੱਕ ਸਮਾਂ ਐਸਾ ਆਇਆ ਕਿ ਜਦੋਂ ਉਸ ਸਮੇਂ ਦੇ ਵਿੱਚ ਮਨੁੱਖ, ਪਿਆਰ ਵਾਲਿਓ, ਉਸਨੇ ਕਿਹਾ ਕਿ ਹੁਣ ਯੁੱਧ ਆਰੰਭ ਹੋਣ ਵਾਲਾ ਤੇ ਹੁਣ ਮੈਂ ਕੀ ਕਰਾਂਗਾ, ਹੁਣ ਵੀਰ ਵਿਦਿਆ ਸਿੱਖਾਂਗਾ। ਭਾਈ ਗੁਰਦਾਸ ਜੀ ਨੇ ਬੜੀ ਪਿਆਰੀ ਗੱਲ ਲਿਖੀ, ਕਹਿੰਦੇ ਜੈਸੇ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿਦਿਆ, ਅਨਰਥਾ ਉਦਮ ਜੈਦ ਪਦਵੀ ਨਾ ਪਾਈਏ। ਭਾਵ ਕਿ ਲੋਕ ਫੌਜਾਂ ਦਾ ਦਲ ਲੈ ਕੇ ਆ ਗਏ ਹਨ, ਲੜਾਈ ਕਰਨ ਵਾਸਤੇ ਆ ਗਏ ਨੇ। ਹੁਣ ਬੰਦਾ ਕਹਿੰਦਾ ਕਿ ਮੈਂ ਹੁਣ ਯੁੱਧ ਕਰਨ ਦੀ ਵਿਧੀ ਸਿੱਖਾਂਗਾ, ਟੰਗ ਸਕਾਂਗਾ। ਹੁਣ ਅਨਰਥਾ ਉਦਮ ਜੈਦ ਪਦਵੀ ਨਾ ਪਾਈ। ਜਿਸ ਤਰ੍ਹਾਂ ਕਿਸੇ ਦੇ ਘਰ ਨੂੰ ਅੱਗ ਲੱਗ ਜਾਏ ਤੇ ਕੋਈ ਆਖੇ ਮੈਂ ਹੁਣ ਖੂਹ ਪੁੱਟਾਂਗਾ ਤੇ ਖੂਹ ਪੁੱਟ ਕੇ ਹੁਣ ਪਾਣੀ ਪਾਵਾਂਗਾ, ਅੱਗ ਬੁਝਾਵਾਂਗਾ। ਹੁਣ ਖੂਹ ਪੁੱਟਣ ਦਾ ਕੋਈ ਲਾਭ ਨਹੀਂ, ਇਤਨਾ ਚਿਰ ਦੇ ਵਿੱਚ ਅੱਗ ਘਰ ਨੂੰ ਸਾੜ ਕੇ ਸੁਆਹ ਕਰ ਦੇਵੇਗੀ। ਇਸ ਤਰ੍ਹਾਂ ਹੀ ਮਾਰ ਕਹਿੰਦੇ ਕੀਤਾ ਕਿਛੂ ਨਾ ਹੋਵੇ, ਦੁਖੀ ਜੀਵ ਦੀ ਆਪਣੀ ਹੁਣ ਕੋਈ ਪੇਸ ਨਹੀਂ ਜਾਂਦੀ, ਕਿਉਂਕਿ ਪਿਛਲੇ ਕੀਤੇ ਕਰਮਾਂ ਅਨੁਸਾਰ ਤੁਰੋਂ ਹੀ ਲਿਖੇ ਲੇਖਾਂ ਦੀ ਵਿਧ ਆ ਬਣਦੀ ਹੈ। ਲਿਖਿਆ ਤੁਰ ਸੰਜੋਗ, ਪਿਛਲੇ ਕੀਤੇ ਕਰਮਾਂ ਅਨੁਸਾਰ ਤੁਰੋਂ ਹੀ ਲਿਖੇ ਲੇਖ ਜੋ ਅਸੀਂ ਕਰਦੇ ਹਾਂ ਉਹ ਲਿਖਿਆ ਜਾ ਰਿਹਾ ਹੈ। ਸਾਡਾ ਇੱਕ ਇੱਕ ਕਰਮ ਪਿਆਰਿਓ ਲਿਖਿਆ ਜਾ ਰਿਹਾ ਹੈ, ਉਹਨਾਂ ਕਰਮਾਂ ਦਾ ਹੀ ਫਲ ਸਾਨੂੰ ਮਿਲਣਾ ਹੈ। ਇਸ ਕਰਕੇ ਤੁਰੋਂ ਹੀ ਲਿਖੇ ਲੇਖਾਂ ਦੀ ਵਿਧ ਆ ਬਣਦੀ ਹੈ, ਕਿਉਂਕਿ ਜੋ ਕਰਮ ਅਸੀਂ ਕੀਤੇ ਨੇ ਉਹ ਲਿਖੇ ਗਏ। ਹੌਲੀ ਹੌਲੀ ਉਹ ਵਿਧ ਬਣ ਜਾਂਦੀ ਹੈ, ਉਹ ਟੰਗ ਬਣ ਜਾਂਦਾ ਹੈ। ਤੇ ਫਿਰ ਉਹਨਾਂ ਦੇ ਕਰਕੇ ਅਸੀਂ ਹੋਰ ਦੁਖੀ ਹੁੰਦੇ ਹਾਂ। ਤੇ ਸਤਿਗੁਰੂ ਜੀ ਆਖਰ ਨੇ ਜੇ ਕਿਤੇ ਰੱਬ ਆਪ ਕਿਰਪਾ ਕਰੇ, ਵਡ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੈ ਸਭ ਵਿਯੋਗ। ਹਾਂ, ਜੇ ਚੰਗੇ ਭਾਗਾਂ ਨੂੰ ਪ੍ਰਭੂ ਆ ਮਿਲੇ ਤਾਂ ਵਿਛੋੜੇ ਤੇ ਪੈਦਾ ਹੋਏ ਸਾਰੇ ਦੁੱਖ ਮਿਟ ਜਾਂਦੇ ਹਨ। ਵਿਛੋੜੇ ਕਰਕੇ ਜੋ ਦੁੱਖ ਪੈਦਾ ਹੋਏ ਸਨ ਉਹ ਸਾਰੇ ਦੂਰ ਹੋ ਜਾਂਦੇ ਹਨ। ਜੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਾਪ ਹੋ ਜਾਵੇ ਤੇ ਮਿਲਾਪ ਹੁੰਦੇ ਸਾਰ ਵਿਛੋੜਾ ਖਤਮ ਹੋ ਜਾਂਦਾ ਹੈ। ਤੇ ਵਿਛੋੜੇ ਤੋਂ ਜਿਹੜੇ ਦੁੱਖ ਪੈਦਾ ਹੋਏ ਸਨ, ਸਾਧੂ ਕਹਿੰਦੇ ਉਹ ਸਾਰੇ ਮੁੱਕ ਜਾਂਦੇ ਹਨ। ਅੱਗੇ ਮਹਾਰਾਜ ਆਖ ਰਹੇ ਨੇ ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ। ਨਾਨਕ ਦੀ ਤਾਂ ਇਹ ਬੇਨਤੀ ਹੈ, ਹੇ ਮਾਇਆ ਦੇ ਬੰਧਨਾਂ ਤੋਂ ਛੁਡਾਉਣ ਵਾਲੇ ਮੇਰੇ ਪ੍ਰਭੂ, ਹੇ ਮੇਰੇ ਮਾਲਕ, ਨਾਨਕ ਨੂੰ ਮਾਇਆ ਦੇ ਮੋਹ ਤੋਂ ਬਚਾ ਲੈ। ਐਸੀ ਕਿਰਪਾ, ਐਸੀ ਦਇਆ ਮੇਰੇ ਉੱਤੇ ਕਰ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਅਰਦਾਸ ਕਰ ਰਹੇ ਹਨ। ਲਾਸਟ ਪੰਕਤੀ ਵਿੱਚ ਸਤਿਗੁਰ ਨੇ ਕਿਹਾ ਕਤਕ ਹੋਵੇ ਸਾਧ ਸੰਗ ਵਿਨਸੈ ਸਭੇ ਸੋਚ। ਕੱਤਕ ਦੀ ਸਵਾਦਲੀ ਰੁੱਤ ਵਿੱਚ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਏ,
ਆਓ ਕਿ ਇਸ ਸਵਾਦਲੀ ਰੁੱਤ ਵਿੱਚ ਇਹਨਾਂ ਨੂੰ ਗੁਰੂ ਕਾ ਸੰਗ ਮਿਲ ਜਾਏ, ਸਤਸੰਗਤ ਦੀ ਘੜੀਆਂ ਮਿਲ ਜਾਣ, ਤਾਂ ਕੀ ਹੋਏਗਾ? ਬਿਨਸੈ ਸਭੇ ਸੋਚ, ਉਹਨਾਂ ਦੇ ਵਿਛੋੜੇ ਵਾਲੇ ਸਾਰੇ ਚਿੰਤਾ ਝੋਰੇ ਜਿਹੜੇ ਨੇ ਮੁੱਕ ਜਾਂਦੇ ਨੇ। ਇਹ ਸਤਸੰਗਤ ਦੀ ਪ੍ਰਾਪਤੀ ਹੋ ਜਾਏ, ਕਿਉਂਕਿ ਸਤਸੰਗਤ ਮਿਲੇਗੀ ਤਾਂ ਰੱਬ ਵੀ ਮਿਲੇਗਾ, ਕਿਉਂਕਿ ਵਿੱਚ ਸੰਗਤ ਹਰਿ ਪ੍ਰਭੂ ਵਸੈ ਜੀ। ਸੰਗਤ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਵਸਦੇ ਪਿਆਰਿਓ। ਇਸ ਕਰਕੇ ਜਿਨ੍ਹਾਂ ਨੂੰ ਚੰਗੇ ਭਾਗਾਂ ਨੂੰ ਇਸ ਕੱਤਕ ਦੀ ਸਵਾਦਲੀ ਰੁੱਤ ਵਿੱਚ ਸਤਸੰਗਤ ਦੀ ਘੜੀਆਂ ਮਿਲ ਜਾਂਦੀਆਂ ਹਨ, ਸਤਸੰਗਤ ਮਿਲ ਜਾਏ ਤਾਂ ਉਹਨਾਂ ਦੇ ਵਿਛੋੜੇ ਤੋਂ ਪੈਦਾ ਹੋਏ ਜਿਹੜੇ ਦੁੱਖ ਨੇ, ਝੋਰੇ ਨੇ, ਚਿੰਤਾਵਾਂ ਨੇ, ਉਹ ਸਾਰੀਆਂ ਮੁੱਕ ਜਾਂਦੀਆਂ ਹਨ। ਕਿਉਂਕਿ ਮਿਲਾਪ ਜਦੋਂ ਪਰਮਾਤਮਾ ਨਾਲ ਹੋਵੇਗਾ, ਫਿਰ ਕੋਈ ਚਿੰਤਾ ਨਹੀਂ, ਕੋਈ ਝੋਰਾ ਨਹੀਂ, ਕੋਈ ਦੁੱਖ ਨਹੀਂ। ਵਿਛੋੜੇ ਕਰਕੇ ਇਹ ਸਾਰੀਆਂ ਚਿੰਤਾਵਾਂ, ਝੋਰੇ ਤੇ ਦੁੱਖ ਨੇ। ਗੁਰੂ ਸਾਹਿਬ ਕਿਰਪਾ ਕਰਨ ਕਿ ਕੱਤਕ ਦਾ ਮਹੀਨਾ ਸਾਰਿਆਂ ਦਾ ਸਤਿਗੁਰ ਸੁੱਖ ਸੁੱਖਾਂ ਨਾਲ ਬਤੀਤ ਕਰਾਉਣ, ਸਾਰਿਆਂ ਨੂੰ ਚੜ੍ਹਦੀਆਂ ਕਲਾ 'ਚ ਰੱਖਣ ਅਤੇ ਗੁਰਸਿੱਖੀ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ, ਸਭਨਾਂ ਤੇ ਮਿਹਰ ਕਰਨ ਸਤਿਗੁਰ ਜੀ। ਕਿ ਚਿੰਤਾਵਾਂ, ਝੋਰੇ, ਇਹਨਾਂ ਸਾਰੀਆਂ ਚੀਜ਼ਾਂ ਤੋਂ ਸਾਨੂੰ ਬਚਾ ਕੇ ਰੱਖਣ। ਔਰ ਕੱਤਕ ਦਾ ਮਹੀਨਾ ਗੁਰੂ ਗੁਰੂ ਕਰਦਿਆਂ, ਸੰਗਤ ਕਰਦਿਆਂ, ਸੇਵਾ ਕਰਦਿਆਂ ਸਤਿਗੁਰ ਸੁੱਖ ਸੁੱਖਾਂ ਨਾਲ ਬਤੀਤ ਕਰਨ। ਇਤਨੀ ਕੁ ਬੇਨਤੀਆਂ ਪ੍ਰਵਾਨ। ਸਾਰੀਆਂ ਸੰਗਤਾਂ ਦਾ ਧੰਨਵਾਦ। ਜਿੱਥੇ ਆਪ ਜੀ ਨੇ ਕਥਾ ਸਰਵਣ ਕਰਨੀ ਹੈ, ਹੋਰਨਾਂ ਨਾਲ ਵੀ ਇਹ ਵਿਚਾਰ ਸਾਂਝੀ ਕਰਨ ਦੇ ਆਪ ਜੀ ਨੇ ਉਪਰਾਲੇ ਕਰਨੇ ਹਨ। ਆਪ ਦੇ ਪੁੰਨ ਬਣਨਗੇ, ਚੰਗੇ ਭਾਗ ਬਣਨਗੇ ਜਦੋਂ ਆਪ ਜੀ ਗੁਰੂ ਕੀ ਸਿੱਖੀ ਦੇ ਪ੍ਰਚਾਰ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਓਗੇ। ਸੋ ਇਤਨੀ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।